ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 22ਵੀਂ ਤੇ ਪਦ ਚੌਥਾ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਵਿਚਾਰਨ ਜਾ ਰਹੇ ਹਾਂ। ਜਿਵੇਂ ਅਕਸਰ ਬੇਨਤੀ ਕਰਦੇ ਹਾਂ ਕਿ ਕੋਈ ਵੀ ਪ੍ਰਾਣੀ ਇੰਨਾ ਸਿਆਣਾ ਨਹੀਂ ਹੈ, ਇਸ ਧਰਤੀ ਉੱਤੇ ਇੰਨਾ ਵਿਵੇਕ ਬੁੱਧ ਵਾਲਾ ਨਹੀਂ ਹੈ ਜਿਹੜਾ ਸੱਚੇ ਪਾਤਸ਼ਾਹ ਦੀਆਂ ਰਮਜ਼ਾਂ ਸਮਝ ਸਕੇ। ਜਿੰਨੇ ਸੱਚੇ ਪਾਤਸ਼ਾਹ ਮਿਹਰ ਕਰਦੇ ਹਨ, ਉਹਨਾਂ ਪ੍ਰਾਣੀ ਬੋਲਦਾ ਹੈ, ਉਹਨਾਂ ਸੁਣਦਾ ਹੈ ਤੇ ਉਹਨਾਂ ਹੀ ਵਿਚਾਰ ਕਰ ਸਕਦਾ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨੇ ਸੁਖਮਣੀ ਸਾਹਿਬ ਦੇ ਵਿੱਚ ਬਹੁਤ ਹੀ ਪਿਆਰੀ ਵਿਧੀ ਆਪਣੇ ਪਿਆਰੇ ਸਿੱਖਾਂ ਨੂੰ ਸਮਝਾਈ ਹੈ ਕਿ ਤੁਸੀਂ ਸਵਾਸ ਸਵਾਸ, ਗਰਾਸ ਗਰਾਸ ਵਾਹਿਗੁਰੂ ਦਾ ਸ਼ੁਕਰਾਨਾ ਕਰੋ, ਵਾਹਿਗੁਰੂ ਦਾ ਨਾਮ ਜਪੋ। ਵਾਹਿਗੁਰੂ ਤੁਹਾਨੂੰ ਆਪਣੀ ਬੁੱਕਲ ਵਿੱਚ ਲੈ ਲਵੇਗਾ ਅਤੇ ਹਮੇਸ਼ਾ ਦੇ ਲਈ ਅਮਰ ਪਦਵੀ ਪ੍ਰਾਪਤ ਕਰਵਾ ਦੇਵੇਗਾ। ਗੁਰੂ ਪਿਆਰਿਓ, ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਇੱਕ ਪਾਸੇ ਸਮਾਂ, ਦੂਸਰੇ ਪਾਸੇ ਪ੍ਰਭੂ। ਸਮਾਂ ਤੇ ਪ੍ਰਭੂ ਇੱਕ ਪਾਸੇ ਅਚਲ ਹੈ, ਦੂਜੇ ਪਾਸੇ ਚੱਲ ਹੈ। ਇੱਕ ਪਾਸੇ ਅਮੁੱਕ ਹੈ, ਦੂਜੇ ਪਾਸੇ ਮੁੱਕਣ ਵਾਲਾ ਹੈ। ਸਮਾਂ ਜਿੰਨਾ ਵੀ ਲੰਬਾ ਹੋਵੇ ਅਕਸਰ ਮੁੱਕ ਜਾਂਦਾ ਹੈ। ਪਰਮਾਤਮਾ ਹਮੇਸ਼ਾ ਲਈ ਹੈ, ਜਨਮ ਮਰਨ ਤੋਂ ਬਾਹਰ ਹੈ। ਸਮਾਂ ਸ਼ੁਰੂ ਹੁੰਦਾ ਹੈ, ਸਮਾਪਤ ਹੁੰਦਾ ਹੈ। ਇਸੇ ਤਰ੍ਹਾਂ ਇਨਸਾਨ ਪ੍ਰਾਣੀ ਜਨਮ ਲੈਂਦਾ ਹੈ, ਮਰਦਾ ਹੈ, ਚੱਲਦਾ ਹੈ। ਗੁਰੂ ਪਿਆਰਿਓ, 24 ਘੰਟੇ 24 ਅਸ਼ਟਪਦੀਆਂ, 24,000 ਸਵਾਸ, 24,000 ਅੱਖਰ, 8 ਪਹਿਰ, 8 ਪਦ। ਸੱਚੇ ਪਾਤਸ਼ਾਹ ਨੇ ਅਪਾਰ ਕਿਰਪਾ ਕੀਤੀ ਹੈ ਇਨਸਾਨ ਦੇ ਉੱਤੇ ਕਿ ਤੇਰੇ ਕੋਲ ਇੱਕ ਬਹੁਤ ਵਧੀਆ ਮੌਕਾ ਅਕਾਲ ਪੁਰਖ ਨੇ ਤੈਨੂੰ ਦਿੱਤਾ ਹੈ। ਤੂੰ ਆਪਣੇ ਸਵਾਸਾਂ ਨੂੰ ਮੋਕਸ਼ ਦੀ ਬੇੜੀ ਬਣਾ ਲੈ, ਨਈਆ ਬਣਾ ਲੈ ਪਾਰ ਜਾਣ ਦੀ। ਹਰ ਸਵਾਸ ਦੇ ਉੱਤੇ ਪ੍ਰਭੂ ਦਾ ਨਾਮ ਲਿਖ ਦੇ। ਜਦੋਂ ਸਵਾਸ ਆਉਂਦਾ ਉਦੋਂ ਵੀ ਵਾਹਿਗੁਰੂ, ਜਦੋਂ ਬਾਹਰ ਨਿਕਲਦਾ ਉਦੋਂ ਵੀ ਵਾਹਿਗੁਰੂ। ਤੂੰ ਸਦਾ ਦੇ ਲਈ ਸਾਰੇ ਜੀਵਨ ਦੇ ਵਿੱਚ ਪ੍ਰਭੂ ਦੇ ਨਾਲ ਜੁੜ ਜਾਵੇਗਾ। ਔਰ ਤੇਰਾ ਜਿਹੜਾ ਬਾਡੀ ਦਾ ਸਿਸਟਮ ਹੈ, ਆਟੋ ਸਿਸਟਮ ਹੈ, ਜਿਹੜਾ ਆਪਣੇ ਆਪ ਜਿਸ ਤਰ੍ਹਾਂ ਤੂੰ ਸਵਾਸ ਲਵੇਗਾ ਉਸੇ ਤਰ੍ਹਾਂ ਵਾਹਿਗੁਰੂ ਦਾ ਜਾਪ, ਪਹਿਲਾ ਜਾਪ ਫਿਰ ਜੱਪਾ ਜਾਪ ਸ਼ੁਰੂ ਹੋ ਜਾਵੇਗਾ। ਪ੍ਰਾਣੀ ਪ੍ਰੀਤਮ ਤੈਨੂੰ ਪਸੰਦ ਕਰੇਗਾ, ਤੈਨੂੰ ਆਪਣਾ ਰੂਪ ਦੇ ਦੇਵੇਗਾ। ਗੁਰੂ ਪਿਆਰਿਓ, ਬਹੁਤ ਬਹੁਤ ਵੱਡੀ ਸੱਚੇ ਪਾਤਸ਼ਾਹ ਦੀ ਕਿਰਪਾ ਹੈ। ਸਰੀਰ ਨਾਸ਼ਵਾਨ ਹੈ, ਸਵਾਸਾਂ ਦੀ ਗਿਣਤੀ ਲਿਮਟਡ ਹੈ, ਸੀਮਤ ਹੈ। ਪ੍ਰਭੂ ਅਸੀਮਤ ਹੈ। ਮਿਲਾਪ ਪ੍ਰਭੂ ਤੇ ਪ੍ਰਾਣੀ ਦਾ ਮਿਲਾਪ, ਸੁੱਖਾਂ ਦੀ ਬੜੀ, ਸੁੱਖਾਂ ਦਾ ਖਜ਼ਾਨਾ, ਅੰਮ੍ਰਿਤ ਦਾ ਭਰਿਆ ਹੋਇਆ ਸਰੋਵਰ। ਸੱਚੇ ਪਾਤਸ਼ਾਹ ਨੇ ਸੁਖਮਣੀ ਸਾਹਿਬ ਦੇ ਵਿੱਚ 3 ਪ੍ਰਮੁੱਖ ਵਿਸ਼ੇ ਚੁਣੇ ਹਨ। ਪਹਿਲਾ ਵਿਸ਼ਾ ਪ੍ਰਭੂ ਦਾ ਗੀਤ ਗਾਇਆ ਹੈ,
ਮਹਿਮਾ ਕੀਤੀ ਹੈ ਅਕਾਲ ਦੀ। ਪ੍ਰਭੂ ਦੇ ਸਾਰੇ ਰੂਪ ਅਨੇਕ, ਏਕ, ਸੂਖਮ, ਵਿਸਤਾਰ, ਸਾਰੇ ਵਿਸਤਾਰ ਦੇ ਰੂਪ, ਪ੍ਰਭੂ ਦੇ ਸੁਭਾਅ, ਪ੍ਰਭੂ ਦਾ ਇਕੱਲੇ ਹੋਣਾ, ਪ੍ਰਭੂ ਦੇ ਮਨ ਦੇ ਵਿੱਚ ਸੋਚ ਆਉਣੀ ਕਿ ਕੁਝ ਹੋਣਾ ਚਾਹੀਦਾ ਹੈ, ਸ੍ਰਿਸ਼ਟੀ ਦੀ ਰਚਨਾ। ਸੱਚੇ ਪਾਤਸ਼ਾਹ ਨੇ ਬਹੁਤ ਬਹੁਤ ਪ੍ਰਸ਼ੰਸਾ ਕੀਤੀ ਹੈ ਅਕਾਲ ਦੀ। ਦੂਸਰਾ ਵਿਸ਼ਾ ਉਹਨਾਂ ਗੁਰਸਿੱਖਾਂ ਦਾ ਹੈ ਜਿਨ੍ਹਾਂ ਨੇ ਪਰਮੇਸ਼ਰ ਨੂੰ ਪਾ ਲਿਆ ਹੈ, ਉਹਦੀ ਆਰਾਧਨਾ ਕਰਕੇ ਉਹਦੇ ਵਿੱਚ ਸਮਾ ਗਏ, ਉਹਦਾ ਰੂਪ ਬਣ ਗਏ। ਜਿਉਂਦੇ ਜੀ ਪ੍ਰਭੂ ਨੂੰ ਪਾ ਕੇ ਦੁਨੀਆ ਦੇ ਵਿੱਚ ਉਹਨਾਂ ਨੇ ਵੰਡਿਆ ਨਾਮ ਦਾ ਖਜ਼ਾਨਾ, ਆਪ ਜਪਿਆ ਤੇ ਅਬਰੇ ਦੂਸਰਿਆਂ ਨੂੰ ਨਾਮ ਜਪਾਇਆ। ਉਹ ਬ੍ਰਹਮ ਗਿਆਨੀ ਬਣ ਗਏ, ਉਹ ਜਨ ਬਣ ਗਏ, ਦਾਸ ਬਣ ਗਏ, ਸੇਵਕ ਦਾ ਰੂਪ ਬਣ ਗਏ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦੇ ਚਰਨ ਸਪਰਸ਼ ਕਰਨ ਦੀ ਬੇਨਤੀ ਅਕਾਲ ਪੁਰਖ ਨੂੰ ਕੀਤੀ ਕਿ ਸੱਚੇ ਪਾਤਸ਼ਾਹ ਤੇਰੇ ਉਹ ਪਿਆਰੇ ਜੇ ਮੈਨੂੰ ਮਿਲ ਜਾਣ, ਮੈਂ ਦਿਨ ਰਾਤ ਉਹਨਾਂ ਦੀ ਸੇਵਾ ਕਰਾਂ, ਮੈਂ ਪਾਣੀ ਢੋਵਾਂ ਉਹਨਾਂ ਲਈ, ਪੱਖਾ ਫੇਰਾਂ, ਮੈਂ ਉਹਨਾਂ ਦੇ ਚਰਨ ਧੋਵਾਂ, ਚਰਨਾਂ ਦਾ ਪਾਣੀ ਪੀਵਾਂ, ਅੰਮ੍ਰਿਤ ਰੂਪੀ ਚਰਨਾਮਤ ਅੰਮ੍ਰਿਤ ਪੀਵਾਂ, ਫਿਰ ਮੈਂ ਜੀਵਾਂ, ਫਿਰ ਤੇਰੀ ਮੈਂ ਸਿਫਤ ਸਲਾਹ ਕਰਾਂ। ਸੱਚੇ ਪਾਤਸ਼ਾਹ ਨੇ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਉਹੀ ਮਾਣ ਸਤਿਕਾਰ ਭਗਤਾਂ ਨੂੰ ਦਿੱਤਾ ਜਿਹੜਾ ਪ੍ਰਭੂ ਨੂੰ ਦਿੱਤਾ, ਕਿਉਂਕਿ ਉਹ ਪ੍ਰਭੂ ਦਾ ਰੂਪ ਬਣ ਗਏ। ਤੀਸਰਾ ਵਿਸ਼ਾ ਸੱਚੇ ਪਾਤਸ਼ਾਹ ਨੇ ਉਹਨਾਂ ਨਿੰਦਕਾਂ ਦਾ, ਚੁਗਲਖੋਰਾਂ ਦਾ, ਮਾਇਆ ਦੇ ਦਾਸਾਂ ਦਾ, ਜਿਹੜੇ ਭਗਤਾਂ ਨੂੰ ਜਲੀਲ ਕਰਦੇ ਰਹੇ ਆ ਹਰ ਸਮੇਂ ਦੇ ਵਿੱਚ। ਹੰਕਾਰੀਆਂ ਨੇ ਭਗਤਾਂ ਨੂੰ ਸਤਾਇਆ ਹੈ ਤੇ ਪ੍ਰਭੂ ਨੇ ਹਮੇਸ਼ਾ ਹੀ ਉਹਨਾਂ ਨੂੰ ਮਾਰ ਮੁਕਾਇਆ। ਭਗਤਾਂ ਦੇ ਦੋਖੀਆਂ ਨੂੰ, ਸੰਤਾਂ ਦੇ ਨਿੰਦਕਾਂ ਨੂੰ ਪ੍ਰਭੂ ਨੇ ਰਹਿਣ ਨਹੀਂ ਦਿੱਤਾ, ਉਹਨਾਂ ਦਾ ਵਿਨਾਸ਼ ਕੀਤਾ। ਇੱਕ ਉਹਨਾਂ ਦੀ ਜਿਹੜੀ ਥਾਂ ਬਣਦੀ ਹੈ ਉਹ ਪਾਤਸ਼ਾਹ ਨੇ ਦਰਸਾਈ ਹੈ। ਹਾਂ, ਇੱਕ ਗੱਲ ਪਾਤਸ਼ਾਹ ਨੇ ਬਹੁਤ ਹੀ ਵਡਮੁੱਲੀ ਕੀਤੀ ਹੈ ਕਿ ਉਹ ਸੰਤ ਦੋਖੀਓ, ਸੰਤਾਂ ਦੇ ਨਿੰਦਕੋ, ਇੱਕ ਗੱਲ ਸੁਣ ਲਓ ਕੰਨ ਖੋਲ ਕੇ, ਜੇ ਗੁਰੂ ਦਾ ਪਿਆਰਾ ਤੁਹਾਡੇ ਵੱਲ ਤੱਕ ਲਵੇ, ਅਰਦਾਸ ਕਰ ਦਵੇ, ਜਿੰਨੇ ਮਰਜ਼ੀ ਤੁਸੀਂ ਪਾਪ ਕੀਤੇ ਆ, ਤੁਹਾਡਾ ਪਾਰ ਉਤਾਰਾ ਹੋ ਸਕਦਾ ਹੈ। ਬ੍ਰਹਮ ਗਿਆਨੀ, ਮਲੰਗ, ਦਰਵੇਸ਼, ਸੇਵਕ, ਜਨ, ਦਾਸ, ਕੋਈ ਵੀ ਪਿਆਰਾ ਜਿਹੜਾ ਗੁਰੂ ਦਾ, ਜਿਹਨੇ ਗੁਰੂ ਨੂੰ ਪਾ ਲਿਆ, ਗੁਰੂ ਨੇ ਹਿੱਕ ਨਾਲ ਲਾ ਲਿਆ, ਉਹ ਤੁਹਾਡੇ ਵੱਲ ਤੱਕ ਲਵੇ ਪਿਆਰ ਦੀ ਭਾਵਨਾ ਨਾਲ, ਤੁਹਾਡੇ ਸਾਰੇ ਦੇ ਸਾਰੇ ਪੰਡਾਂ ਦੇ ਪੰਡ, ਪਾਪਾਂ ਦੇ ਉੜ ਜਾਣਗੇ ਤੇ ਤੁਸੀਂ ਪ੍ਰਭੂ ਦੇ ਪਿਆਰੇ ਬਣ ਜਾਵੋਗੇ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਨੇ ਇਸ ਪਦ ਦੇ ਵਿੱਚ ਮਿਹਰ ਕੀਤੀ ਹੈ, ਜਨ ਲਾਗਾ ਹਰ ਏਕੈ ਨਾਏ, ਤਿਸ ਕੀ ਆਸ ਨਾ ਬਿਰਥੀ ਜਾਏ। ਜਿਹਨੂੰ ਕਰਨ ਜਨ ਲਾਗਾ ਹਰ ਏਕੈ ਨਾਏ,
ਜਿਹਦੇ ਨਾਲ ਪ੍ਰਭੂ ਦਾ ਨਾਂ ਜੁੜ ਗਿਆ। ਪ੍ਰਭੂ ਦੇ ਨਾਮ ਦੀ ਪ੍ਰਾਪਤੀ ਹੋ ਗਈ ਜਿਨ੍ਹਾਂ ਨੂੰ, ਉਹਨਾਂ ਗੁਲਾਮਾਂ ਨੂੰ, ਉਹਨਾਂ ਦਾਸਾਂ ਨੂੰ, ਉਹਨਾਂ ਗੋਲਿਆਂ ਨੂੰ ਪ੍ਰਭੂ ਨੇ ਪਸੰਦ ਕਰ ਲਿਆ। ਫਿਰ ਉਹਨਾਂ ਦੀ ਕੋਈ ਉਮੀਦ ਹੈ ਜਿਹੜੀ ਬਿਰਥੀ ਨਹੀਂ ਜਾਂਦੀ। ਉਹਨਾਂ ਦੀਆਂ ਸਾਰੀਆਂ ਆਸਾਂ ਪੂਰੀਆਂ ਹੁੰਦੀਆਂ ਹਨ। ਜੋ ਵੀ ਚਿਤਵਦੇ ਹਨ, ਉਹਨਾਂ ਨੇ ਕੀ ਚਿਤਵਣਾ ਹੈ? ਆਪਣੇ ਆਪ ਲਈ ਕੁਝ ਵੀ ਨਹੀਂ। ਜੀਵਨ ਉਹਨਾਂ ਦਾ ਆਪਣੇ ਆਪ ਲਈ ਨਹੀਂ ਹੈ, ਦੂਸਰਿਆਂ ਲਈ ਹੈ, ਲੁਕਾਈ ਲਈ ਹੈ, ਮਨੁੱਖਤਾ ਲਈ ਹੈ, ਮਨੁੱਖਤਾ ਦੀ ਸੇਵਾ ਕਰਨ ਦੇ ਲਈ ਹੈ। ਜਿਹੜੀ ਵੀ ਉਹ ਆਸ ਕਰਦੇ ਹਨ ਉਹ ਵਾਹਿਗੁਰੂ ਪੂਰੀ ਕਰਦਾ ਹੈ। ਵਾਹਿਗੁਰੂ ਜਾਮਨ ਬਣ ਜਾਂਦਾ ਹੈ, ਜ਼ਿੰਮੇਵਾਰੀ ਲੈ ਲੈਂਦਾ ਹੈ। ਜਨ ਲਾਗਾ ਹਰ ਏਕੈ ਨਾਏ, ਤਿਸ ਕੀ ਆਸ न बिरथी जाए। सेवक को सेवा बन आई, हुक्म बूझ परम पद पाई। जिने प्यार दा खजाना लुट लिया, जिने प्रभु दी सेवा करके प्रभु नूं पा लिया, प्रभु दा गीत गाया दिलों, प्रभु नूं ਉਹਦੀ ਧੁਨ ਹੈ ਜਿਹੜੀ ਪਸੰਦ ਆ ਗਈ। ਪ੍ਰਭੂ ਦਾ ਗੀਤ ਗਾਉਣ ਵਾਲਾ ਪਸੰਦ ਆ ਗਿਆ। ਪ੍ਰਭੂ ਨੇ ਉਹਨੂੰ ਆਪਣੇ ਗਲ ਦੇ ਨਾਲ ਲਾ ਲਿਆ। ਸੇਵਾ ਦਾ ਮਾਣ ਮਿਲ ਗਿਆ ਉਹਨੂੰ। ਜਿਹੜੀ ਪ੍ਰੀਤਮ ਪਿਆਰੇ ਦੀ ਸੇਵਾ ਕੀਤੀ ਉਹਦਾ ਸਤਿਕਾਰ ਮਿਲ ਗਿਆ। ਉਹਨੂੰ ਸੇਵਾ ਰਾਸ ਆ ਗਈ, ਸੋਭਣ ਲੱਗ ਪਈ। ਸੇਵਾ ਦੇ ਵਿੱਚ ਉਹਨੂੰ ਫਲ ਪ੍ਰਾਪਤ ਹੋ ਗਿਆ, ਪ੍ਰਭੂ ਦੇ ਸ਼ੁਕਰਾਨੇ ਦਾ, ਪ੍ਰਭੂ ਦੀ ਮਿਹਰ ਦਾ। ਸੇਵਕ ਕੋ ਸੇਵਾ ਬਨ ਆਈ। ਪ੍ਰਭੂ ਨੇ ਪਿਆਰ ਕੀਤਾ ਉਹਦੀ ਸੇਵਾ ਨੂੰ, ਧੰਨਵਾਦ ਕੀਤਾ ਆਪਣੇ ਪਿਆਰੇ ਦਾ। ਹੁਕਮ ਬੂਝ ਪਰਮ ਪਦ ਪਾਈ, ਕਿਉਂਕਿ ਉਹਨੇ ਗਰੀਬ ਨੇ, ਸੇਵਕ ਨੇ ਪ੍ਰਭੂ ਦੀ ਭਗਤੀ ਕੀਤੀ, ਸੇਵਾ ਕੀਤੀ ਤੇ ਹੁਕਮ ਪਛਾੜਿਆ, ਕਿੰਤੂ ਪਰੰਤੂ ਨਹੀਂ ਕੀਤਾ। ਸਿਰ ਝੁਕਾਇਆ। ਉਹਦੇ ਸਿਰ ਝੁਕਾਉਣ ਦੀ ਅਦਾ ਨੂੰ ਪ੍ਰੀਤਮ ਨੇ ਮਿਹਰ ਦੇ ਕੇ ਸਜਾਇਆ ਤੇ ਉਹਨੂੰ ਪਦਵੀ, ਪਰਮ ਪਦਵੀ ਮਿਲ ਗਈ। ਇਹਦਾ ਸਤਿਕਾਰ ਮਿਲਿਆ, ਉਹਦੀ ਵੱਡੀ ਵਡਿਆਈ ਹੋ ਗਈ। ਇਸ ਤੇ ਉੱਪਰ ਨਹੀਂ ਵਿਚਾਰ, ਜਾ ਕੇ ਮਨ ਵਸਿਆ ਨਿਰੰਕਾਰ। ਇਹਦੇ ਉੱਤੇ ਕੋਈ ਹੋਰ ਕੀ ਵਿਚਾਰ ਕਰ ਸਕਦਾ? ਪ੍ਰਭੂ ਦੇ ਪਿਆਰੇ ਦੀ ਸੇਵਾ ਰਾਸ ਆ ਗਈ। ਪ੍ਰਭੂ ਨੇ ਉਹਨੂੰ ਹੱਥਾਂ ਉੱਤੇ ਚੁੱਕ ਲਿਆ। ਉਹਦਾ ਮਾਣ ਸਤਿਕਾਰ ਬਹੁਤ ਹੋ ਗਿਆ। ਚਾਰੇ ਪਾਸੇ ਉਹਦੀ ਸੇਵਕ ਦੀ ਜੈ ਜੈਕਾਰ ਹੋ ਗਈ। ਸੇਵਾ ਰਾਸ ਆ ਗਈ। ਪਾਤਸ਼ਾਹ ਨੇ ਪਰਮ ਪਦਵੀ ਉਹਨੂੰ ਦੇ ਦਿੱਤੀ। ਇਦੋਂ ਵੱਡੀ ਹੋਰ ਕਿਹੜੀ ਗੱਲ ਹੋ ਸਕਦੀ ਹੈ? ਇਦੋਂ ਵੱਡੀ ਗੱਲ ਕੀਤੀ ਹੀ ਨਹੀਂ ਜਾ ਸਕਦੀ। ਜਿਹਦੇ ਚਿੱਤ ਦੇ ਅੰਦਰ ਆਕਾਰ ਰਹਿਤ ਪ੍ਰਭੂ, ਜਾ ਕੇ ਮਨ ਵਸਿਆ ਨਿਰੰਕਾਰ। ਜਿਹਦੇ ਹਿਰਦੇ ਦੇ ਵਿੱਚ ਆਕਾਰ ਰਹਿਤ ਪ੍ਰਭੂ ਵਸਦਾ ਹੈ ਤੇ ਉਹ ਪਹਿਚਾਣਦਾ ਹੈ, ਉਹਨੂੰ ਪਹਿਚਾਣਦਾ ਹੈ, ਜਾਣਦਾ ਹੈ, ਸਤਿਕਾਰਦਾ ਹੈ।
ਉਹਦਾ ਤਾਂ ਸਿਮਰਨ ਹਰ ਪਲ ਚੱਲਦਾ ਹੀ ਹੈ। ਜਦੋਂ ਪ੍ਰਭੂ ਸਾਖ ਰਹਿੰਦਾ ਹੈ ਤੇ ਉਹਨੂੰ ਮਿਲਦਾ ਹੈ, ਪ੍ਰਾਣੀ ਗਦਾਗਦ ਹੋ ਕੇ ਆਪਣੀ ਖੁਸ਼ੀ ਦੇ ਵਿੱਚ ਨਹੀਂ ਸਮਾਉਂਦਾ, ਤੇ ਇਹਦੇ ਉੱਪਰ ਹੋਰ ਕੀ ਵਿਚਾਰ ਕੀਤੀ ਜਾ ਸਕਦੀ ਹੈ। ਮਛਲੀ ਨੂੰ ਪਾਣੀ ਮਿਲ ਗਿਆ, ਬਬੀਹੇ ਨੂੰ ਸਵਾਸ ਬੂੰਦ ਮਿਲ ਗਈ, ਤੇ ਪ੍ਰਸੰਨ ਹੀ ਪ੍ਰਸੰਨ। ਬੰਧਨ ਤੋਰ ਭੈ ਨਿਰਵੈਰ, ਆਂਦਨ ਪੂਜੇ ਗੁਰ ਕੇ ਪੈਰ। ਮਾਇਆ ਦੇ ਬੰਧਨ, ਸੋਚਾਂ ਬੇਅੰਤ ਫੁਰਦੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਬਣਾਇਆ ਹੋਇਆ ਕੈਦੀ ਮਨ, ਇਹ ਬੰਧਨ ਨੇ। ਤੇ ਜਦੋਂ ਪ੍ਰਭੂ ਨੇ ਪਸੰਦ ਕਰ ਲਿਆ, ਗਲ ਨਾਲ ਲਾ ਲਿਆ, ਫਿਰ ਸਾਰੇ ਦੇ ਸਾਰੇ ਦੁਸ਼ਮਣ ਤੀ ਇੱਕ ਚਿੰਨ੍ਹ ਦੇ ਵਿੱਚ ਮਿੱਤਰ ਬਣ ਗਏ। ਤੇ ਉਸ ਪਿਆਰ ਨੇ ਬੰਧਨ ਤੋੜ ਤੇ ਬੇੜੀਆਂ ਕੱਟ ਦਿੱਤੀਆਂ, ਕਿਉਂਕਿ ਉਹ ਭਗਤ ਹੈ ਜਿਹੜਾ ਦਿਨ ਰਾਤ 24 ਘੰਟੇ ਸਤਿਗੁਰਾਂ ਦੇ ਪੈਰਾਂ ਦੀ ਪੂਜਾ ਕਰਦਾ ਹੈ। ਆਂਦਨ ਪੂਜੇ ਗੁਰ ਕੇ ਪੈਰ, ਉਹਨਾਂ ਦਾ ਸਤਿਕਾਰ ਕਰਦਾ ਹੈ, ਮੱਥੇ ਨੂੰ ਲਗਾਉਂਦਾ ਹੈ, ਮਸਤਕ ਦੇ ਨਾਲ ਉਹਨਾਂ ਦੇ ਪੈਰ ਚੁੰਮਦਾ ਹੈ। ਇਹ ਜਿਹੜੀ ਦੁਨੀਆ ਵਾਲੀ ਖੁਸ਼ੀ ਹੈ, ਇਹ ਝੂਠੀ ਹੈ। ਇਸ ਖੁਸ਼ੀ ਤੇ ਗਮੀ ਦਾ ਬਹੁਤਾ ਆਪਸ ਵਿੱਚ ਫਰਕ ਨਹੀਂ ਹੈ। ਟਵਿਨ ਸਿਸਟਰਾਂ ਹਨ। ਮਾਇਆ ਦੀ ਖੁਸ਼ੀ, ਮਾਇਆ ਦੀ ਗਮੀ, ਦੇ ਆਰ ਟਵਿਨ ਸਿਸਟਰਸ। ਬਹੁਤਾ ਫਰਕ ਨਹੀਂ ਹੈ, ਇੱਕੋ ਜਿਹੀਆਂ ਹਨ। ਪਰ ਜਿਹੜੀ ਪਾਤਸ਼ਾਹ ਦੀ ਖੁਸ਼ੀ ਹੈ, ਜਿਹੜੀ ਲੋਕ 'ਚ ਵੀ ਚੱਲਦੀ ਹੈ, ਪਰਲੋਕ 'ਚ ਵੀ ਚੱਲਦੀ ਹੈ, ਦੋਨਾਂ ਥਾਵਾਂ 'ਤੇ ਚੱਲਦੀ ਹੈ। ਤੇ ਲੋਕ 'ਚ ਵੀ ਲੋਕ ਦੇ ਵਿੱਚ ਵੀ ਜੀਵਨ ਨੂੰ ਸਫਲ ਕਰਦੀ ਹੈ, ਵਡਮੁੱਲਾ ਬਣਾਉਂਦੀ ਹੈ, ਤੇ ਪਰਲੋਕ ਦੇ ਵਿੱਚ ਵੀ ਆਪਣੇ ਭਗਤ ਦੀ ਇੱਜ਼ਤ ਬਣਾਉਂਦੀ ਹੈ। ਉਹ ਭਗਤ ਜਿਹੜਾ ਦਿਨ ਰਾਤ ਉਹਨੂੰ ਧਿਆਉਂਦਾ ਤੇ ਉਹਦੇ ਪੈਰਾਂ ਦੀ ਪੂਜਾ ਕਰਦਾ। ਇਹ ਲੋਕ ਸੁਖੀਏ, ਪਰਲੋਕ ਸੁਹੇਲੇ। ਸੋਹੇਲੇ ਇਹ ਜਿਹੜੇ ਲੋਕ ਹੈ, ਇਹ ਅੰਦਰੋਂ ਸੁਖੀ ਹਨ। ਇਸ ਬਾਤ ਲੋਕ ਦੇ ਵਿੱਚ ਸੁਖੀ ਹਨ। ਤੇ ਜਦੋਂ ਸਰੀਰ ਛੱਡ ਕੇ ਉਹਨਾਂ ਨੇ ਜਾਣਾ, ਫਿਰ ਉਹ ਪਰਲੋਕ ਦੇ ਵਿੱਚ ਵੀ ਸੁਖੀ ਹਨ। ਇਹ ਲੋਕ ਸੁਖੀ ਹੈ, ਪਰਲੋਕ ਸੁਹੇਲੇ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਇਹਨਾਂ ਉੱਤੇ ਇੰਨੀ ਕਿਰਪਾ, ਨਾਨਕ ਹਰ ਪ੍ਰਭ ਆਪੇ ਮਿਲੇ। ਜਿਹੜੇ ਦਿਨ ਰਾਤ ਉਹਦੇ ਸੇਵਕ ਬਣ ਗਏ, ਉਹਦੇ ਚਰਨਾਂ ਨੂੰ ਪੂਜਦੇ ਹਨ, ਫਿਰ ਦਿਆਲੂ ਕਿਰਪਾਲੂ ਪਿਤਾ ਪਰਮੇਸ਼ਰ ਉਹਨਾਂ ਦੀ ਪਿੱਠ ਦੇ ਉੱਤੇ ਹੱਥ ਰੱਖ ਦਿੰਦਾ ਹੈ ਤੇ ਆਪਣੇ ਆਪ ਦੇ ਨਾਲ ਮਿਲਾ ਲੈਂਦਾ ਹੈ। ਨਾਨਕ ਹਰ ਪ੍ਰਭ ਆਪੇ ਮਿਲੇ। ਫਿਰ ਗੁਰੂ ਦੀ ਅਪਾਰ ਕਿਰਪਾ ਦੇ ਨਾਲ ਇਹ ਦੁਲਾਰੇ ਗੁਰੂ ਦੇ ਉਹਨੂੰ ਮਿਲ ਪੈਂਦੇ ਹਨ, ਤੇ ਲੋਕ ਤੇ ਪਰਲੋਕ ਦੇ ਵਿੱਚ ਇਹਨਾਂ ਦਾ ਮਾਣ ਹੈ ਜਿਹੜਾ ਵੱਧ ਜਾਂਦਾ ਹੈ। ਗੁਰੂ ਪਿਆਰਿਓ, ਆਪਾਂ ਇਸੇ ਚੌਥੇ ਪਦ ਨੂੰ ਅੰਗਰੇਜ਼ੀ ਦੇ ਵਿੱਚ ਵਿਚਾਰਦੇ ਹਾਂ। ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਦੇ ਨਾਲ, ਮਿਹਰ ਦੇ ਨਾਲ, ਸੱਚੇ ਪਾਤਸ਼ਾਹ ਮਿਹਰ ਕਰਦੇ ਨੇ। ਜਨ ਲਾਗਾ ਹਰ ਏਕੈ ਨਾਏ,
Lord's slave is attached with his name alone, connected with his name, became a part of him. तिसकी आस न बिरथी जाए. His hope goes not in vain. He is never unsuccessful. He always remember God in heart. So God is big protector, and all the hopes are met with God's blessing. He is not hopeless anymore. सेवक को सेवा बन आई, हुक्म बूझ परम पद पाई. It behoves the servant to perform service. By obeying God's order, he obtains the supreme status. Respect everywhere. In Lok and Parlok, both, he is respected all over. इसते ऊपर नहीं विचार. But you can think about beyond this. Love of a worshipper, of a meditator, of Guru's beloved one, and Guru recognize it, Guru accept it. What else we can talk about? This is the most important subject. इसते ऊपर नहीं विचार, जाके मन बस्या निरंकार. The person who served Guru's feet achieved the will of the Lord. There is nothing left to think about it. Formless Lord, over and above this there is no other meditation. इसते ऊपर नहीं विचार, जाके मन बस्या निरंकार. Supreme Lord lives in his mind. Nirvair an din पूजे गुर के पैर. He is envyless. Guru's lover don't have no enemies. All the enemies are gone. Their friendship came to the mind, and now everybody looks like friend. Nirvair andan pooje gur ke pair. Now day and night, Guru's lover is meditating on Lord God, and he is envyless now. And day and night his job is, his seva is to worship him. ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਸੁਹੱਲੇ. He is at ease in this world and shall be happy in the world thereafter. Nanak har prabh ape mile. Nanak har prabh ape mile. Nanak, the Lord, God Almighty Vaheguru, unites him with himself. The war of pride is destroyed. Is gone on the ground. There is no barrier now between love and God. There is no barrier. All the stoppings are taken away. Now Guru's lover can remember day and night. Nanak har prabh ape mile. The meeting of minds. God blessed to the worshipper
to the servant Nanak. Now Nanak is going to give Guru respect and request to get accepted by him. ਗੁਰੂ ਪਿਆਰਿਓ, ਧੰਨ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨੇ ਪ੍ਰਭੂ ਦਾ ਵਿਰਾਟ ਰੂਪ ਸਾਨੂੰ ਸਮਝਾਇਆ ਹੈ। ਇੱਕ ਬਹੁਤ ਵੱਡੀ ਵਿਧੀ ਤੌਰ ਤਰੀਕਾ ਸਾਡੇ ਉੱਤੇ ਕਿਰਪਾ ਕਰਕੇ ਸਾਨੂੰ ਦੱਸਿਆ ਹੈ ਕਿ ਪ੍ਰਾਣੀ ਜੇ ਤੂੰ ਗੁਰੂ ਤੋਂ ਆਸ਼ੀਰਵਾਦ ਲੈਣੀ ਹੈ ਤਾਂ ਆਪਣਾ ਹੰਕਾਰ ਬੰਦ ਕਰ ਦੇ। ਆਪਣੇ ਆਪ ਨੂੰ ਨਾ ਚੀਜ਼, ਨਿਮਾਣਿਆਂ ਦਾ ਮਾਣ, ਤਾਣਿਆਂ ਦਾ ਤਾਣ, ਨਥਾਵਿਆਂ ਦਾ ਥਾਂ, ਲੋੜਵੰਦਾਂ ਦਾ ਭਲਾ ਕਰਨ ਵਾਲਾ। ਤੈਨੂੰ ਸੱਚੇ ਪਾਤਸ਼ਾਹ ਨੇ ਅਪਾਰ ਕਿਰਪਾ ਕਰਕੇ ਇਹ ਜੁਗਤ ਸਮਝਾਈ ਹੈ ਕਿ ਤੂੰ ਪਰਮ ਪਦਵੀ ਪਾ ਸਕਦਾ ਹੈ ਸੇਵਾ ਨਾਲ। ਇਸ ਤੇ ਉੱਪਰ ਨਹੀਂ ਵਿਚਾਰ, ਜਾ ਕੇ ਮਨ ਵਸਿਆ ਨਿਰੰਕਾਰ। The feelings are finished. Nothing to discuss left. Now we were waiting for him. His lovers were waiting for him. Finally he came. Now he is here. Now God is everywhere. And his beloved ones are looking to respect him and satkar him, respect and recognize him. ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਮਿਹਰ ਕਰਦੇ ਹਨ। ਬੰਧਨ ਤੋੜ ਭੈ ਨਿਰਭੈਰ। He within whose mind abides the formless Lord, ਜਾ ਕੇ ਮਨ ਵਸਿਆ ਨਿਰੰਕਾਰ। ਬੰਧਨ ਤੋੜ ਭੈ ਨਿਰਭੈਰ, ਆਂਦਨ ਪੂਜੇ ਗੁਰ ਕੇ ਪੈਰ। He cuts his feathers. He becomes free from enmity. And night and day adores Guru's feet. That is the blessing, service of the saints. ਗੁਰ ਕੇ ਪੈਰ, ਇਹ ਲੋਕ ਸੁਖੀਏ ਪਰਲੋਕ ਸਹੇਲੇ। ਬੰਧਨ ਤੋੜ ਭੈ ਨਿਰਭੈਰ, ਆਂਦਨ ਪੂਜੇ ਗੁਰ ਕੇ ਪੈਰ। ਸੱਚੇ ਪਾਤਸ਼ਾਹ, all the feathers are cut by God, and now God's lover is all free and from enmity. No enmity left. And night and day adores Guru's feet. Guru's lover knows where the blessing is. He bid himself go to the feet of the Guru. Then Guru can do everything. Guru is perfect. He is a filler. Whatever goes empty, Lord fill it back. God fills it back. ਆਂਦਨ ਪੂਜੇ ਗੁਰ ਕੇ ਪੈਰ, ਇਹ ਲੋਕ ਸੁਖੀਏ ਪਰ ਲੋਕ ਸੁਹੇਲੇ। He is at ease in this world. God is. God is at ease in this world and shall be happy in the world thereafter, because both worlds are created by
God, He is the creator. Nanak Har Prabh Ape Bele. It is very clear. God gave all the blessing to Guru Nanak. Guru Nanak did so much on this planet. Direct seva to God. Middleman is gone. No more in control of a Pujari. Direct. Everybody, rich and poor same. Bigger and smaller same. Nanak Har Prabh Ape Mele. Nanak the Lord, God, unites him with himself. How wonderful is! God unites him with himself. ਗੁਰੂ ਪਿਆਰਿਓ, ਚੌਥੇ ਪਦ ਦੇ ਵਿੱਚ ਪਾਤਸ਼ਾਹ ਨੇ ਮਿਹਰ ਕਰਕੇ ਸਾਨੂੰ ਸਮਝਾਇਆ, ਕਿਰਪਾ ਕੀਤੀ ਹੈ ਅਪਾਰ। ਜਿਹੜਾ ਸੰਖੇਪ ਦੇ ਵਿੱਚ ਵਿਸਤਾਰ ਹੈ ਇਸ ਪਦ ਦਾ, ਇਸ ਪੌੜੀ ਦੇ ਵਿੱਚ ਜਿਹੜੇ 8 ਪਦ ਨੇ, ਇਹ ਪਦ ਨੰਬਰ 4 ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਨੇ ਕਿ ਜਦੋਂ ਪ੍ਰਾਣੀ ਇੱਕ ਦੇ ਪਿੱਛੇ ਤੁਰ ਪੈਂਦਾ ਹੈ, ਦਿਨ ਰਾਤ ਉਹਦੀ ਦੁਆ ਮੰਗਦਾ ਹੈ, ਉਦੋਂ ਪ੍ਰਾਣੀ ਇੱਕ ਰੁਕੀ ਹੈ, ਸ਼ੁਰੂ ਕੀਤਾ ਹੈ ਉਹਨੇ, ਜਨ ਲਾਗਾ ਹਰ ਏਕੈ ਨਾਏ, ਤਿਸਕੀ ਆਸ ਨਾ ਬਿਰਥੀ ਜਾਏ। Nothing goes in vain. His hope goes not in vain. He did great seva. He will not get the depression back. सेवक को सेवा बन आई, हुक्म बूझ परम गत पाई। How great these lines are. Amazing. So much peace of mind. सेवक को सेवा बन आई. It behoves the servant to perform sacrifice. To perform service. Hukum booj param pad pai. By obeying God's order, he obtains the supreme status. इसते ऊपर नहीं विचार, जाके मन बसया निरंकार। He within whose mind abides the formless God, over and above this there is no other meditation. How wonderful is the blessing! The man who worked day and night, only with the prayer, he is living, God himself is living on the prayer. There is not too much to discuss back. ਬੰਧਨ ਤੋਰ ਪਏ ਨਰ ਬੈਰ, ਆਂਦਨ ਪੂਜੇ ਗੁਰ ਕੇ ਪੈਰ। ਸੇਵਾ ਕਰਨ ਵਾਲਾ ਸੇਵਕ ਹਮੇਸ਼ਾ ਖਿਆਲ ਕਰਦਾ ਕਿ ਮੈਨੂੰ ਉਹ ਚਰਨਾਂ ਦੇ ਵਿੱਚ ਕਾਸ਼ ਮੌਕਾ ਲੱਗ ਜਾਵੇ ਸੇਵਾ ਕਰਨ ਦਾ। ਐਕਿਊਮੂਲੇਟ ਹੁੰਦੀ ਰਹਿੰਦੀ ਹੈ, ਕਈ ਸਾਲ ਲੱਗ ਜਾਂਦੇ ਹੈ ਪ੍ਰਾਣੀ ਨੂੰ ਆਪਣਾ ਮਨੋਰਥ ਪੂਰਾ ਕਰਨ ਦੇ ਲਈ। ਸੱਚੇ ਪਾਤਸ਼ਾਹ ਜਦੋਂ ਅਪਾਰ ਕਿਰਪਾ ਕਰ ਦਿੰਦੇ ਹਨ ਤਾਂ ਉਹਦੇ ਸਾਰੇ ਦੇ ਸਾਰੇ ਪੂਰਬਲੇ ਕਰਮ ਹੈ ਜਿਹੜੇ ਨਿਖਰ ਆਉਂਦੇ ਹਨ। ਕੁਝ ਸਹਾਰਾ ਇਸ ਜਨਮ ਦੇ ਵਿੱਚ ਕੀਤੇ ਹੋਏ ਪਰ ਉਪਕਾਰਾਂ ਦਾ ਵੀ ਮਿਲ ਜਾਂਦਾ ਹੈ ਅਤੇ ਪ੍ਰਾਣੀ ਹੈ ਜਿਹੜਾ ਉਹ ਆਪਣੀ ਨਈਆ ਪਾਰ ਕਰ ਸਕਦਾ ਹੈ।
इदों वड्डी कोई होर गल सोचण दा लाभ नहीं। यही वड्डी गल है। बंधन है जिहड़े माया दे वो सब तोड़ दिते गए है। माया दास जिहड़े माया दे पिछे लगे हुए है वो भी गुरु वल आ जाण, गुरु मेहर कर देवे उन्हां उत्ते, तां उन्हां दा जीवन भी मोक्ष प्राप्त कर सकदा है। बंधन तोर पै नरबैर, आंदन पूजे गुर के पैर। सारे दे सारे माया entanglements are gone. Now day and night just respect God's feet, Guru's fate. ये लोक सुखिए परलोक सुहेले। He is at ease in this world with the people of the universe, and shall be happy in the world hereafter. सच्चे पातशाह ने गुरसिख दे उत्ते अपार कृपा कीती है। आखिरी पंगतियां हन, नानक हर प्रभ आपे मेले। जदों प्राणी खेड खेडदा है ते माया भारू हो जाती है। इत्थे पातशाह समझाउंदे हन कि प्राणी कछ बकश तां तेरी मुक गई। हुण तैनूं अपने मन नूं प्रभु दे सामने पेश करना है, चलाकी नहीं कोई वरतनी। जिवें गुरु दा प्यारा सिदक नाल प्रभु नूं पाउंदा है, प्रभु हिक दे नाल लाउंदा है, दिन रात पूजा करता है। ਜਿਹੜੀ प्यार तो उपजी हुई नहीं है किश्ती है, वो इस माया दे भै पीत सागर चों प्रभु दे प्यारे नूं पार कर दिंदी है। फिर उहनूं जिहड़ा जीवन मिलदा है, ये लोक सुखीए परलोक सुहेले। वो जीवन है जिहड़ा दिस वर्ल्ड, ही इज एट ईज इन दिस वर्ल्ड एंड शैल बी हैप्पी इन द वर्ल्ड देयर आफ्टर। नानक हर प्रभ आपे मेले। नानक द लॉर्ड गॉड unites him with himself, him and himself. प्राणी, him, God himself. They got together. There is no separation anymore. Two were one before. Now two one became one again with God's grace. गुरु प्यारिओ, यही भेद है, यही जुगत है, यही ਉਹਦੀ ਕਿਰਪਾ है कि दोनों तो एक किवें बनना है। ਚੱਲਣ ਵਾਲੇ ਸਮੇਂ ਤੋਂ ਕਿਵੇਂ ਆਜ਼ਾਦ ਹੋਣਾ ਹੈ। ਹਾਊ ਟੂ ਬਿਕਮ ਟਾਈਮਲੈਸ, ਹਾਊ ਟੂ ਬਿਕਮ ਫੀਅਰਲੈਸ, ਹਾਊ ਟੂ ਬਿਕਮ ਐਨਮੀਲੈਸ। ਆਲ ਥੀਜ਼ ਲੈਸਸ ਆਰ ਬਲੈਸਿੰਗ ਆਫ ਗॉड। ਜੇ ਗॉड ਨੂੰ ਭਾ ਜਾਂਦਾ ਉਹੀ ਮੋਕਸ਼ ਹੈ। ਪ੍ਰਭੂ ਦੇ ਨਾਲ ਮਿਲਾਪ ਹੀ ਸਵਰਗ ਹੈ। इदों वड्डा बहिश्त दुनिया दे विच नहीं। जदों उहने एक्सैप्ट कर लिया, प्राणी चरनां दे विच बैठ गया, उहदी आराधना करदा सवेरे शाम, लोड़ कोई है नहीं, सब लोड़ां मुक गईयां, सिर्फ गुरु दे प्यार नूं, गुरु वल तकदा है। गुरु प्यारिओ, सच्चे पातशाह ने मेहर कीती है। अज इन्ना ही। वाहिगुरू जी का खालसा, वाहिगुरू जी की फतेह।